ਸਤਿਕਾਰਯੋਗ ਸਤਸੰਗੀ ਜਨੋ, ਇੱਕ ਵਾਰੀ ਫਿਰ ਸਾਰੇ ਫਤਿਹ ਦੀ ਸਾਂਝ ਕਰ ਲਈਏ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਹਾਡੇ ਨਾਲ ਇੱਕ ਵੱਖਰੀ ਰਿਪੋਰਟ ਸਾਂਝੀ ਕਰਨ ਲੱਗਿਆ, ਜੋ ਕਿ ਭਾਈ ਰਘਬੀਰ ਸਿੰਘ ਰਾਜਾ ਸੰਸੀ, ਜਿਹੜੇ ਕਿ ਸ਼੍ਰੋਮਣੀ ਕਮੇਟੀ ਦੇ ਬਹੁਤ ਵੱਡੇ ਅਹੁਦੇ 'ਤੇ ਲੱਗੇ ਰਹੇ ਨੇ, ਅਤੇ 2006 ਦੇ ਵਿੱਚ ਇਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਜਾਂ ਇਹਨਾਂ ਨੂੰ ਡਿਸਮਿਸ ਕਰ ਦਿੱਤਾ ਗਿਆ ਸੀ। ਇਹ ਆਪਾਂ ਬਾਅਦ 'ਚ ਵਿਚਾਰਾਂਗੇ। ਪਰ ਇਹਨੇ ਸ਼੍ਰੋਮਣੀ ਕਮੇਟੀ ਦੇ ਅੰਦਰ ਹੋ ਰਹੇ ਘਪਲਿਆਂ, ਬੇਈਮਾਨੀਆਂ, ਚੋਰੀਆਂ, ਠੱਗੀਆਂ, ਲੁੱਟਾਂ ਦਾ ਖੁੱਲ੍ਹ ਕੇ ਬਿਆਨ ਕੀਤਾ, ਜਿਹੜਾ ਕਿ ਆਪਣੇ ਕਿਤਾਬਤੇ ਦੇ ਵਿੱਚ ਇਸ ਨੇ ਰਾਜਾ ਸੰਸੀ ਪਿੰਡ ਦੇ ਵਿੱਚ ਆਪ ਸਟੇਜ 'ਤੇ ਬੋਲਿਆ ਸੀ ਅਤੇ ਬਾਅਦ ਦੇ ਵਿੱਚ ਛਪਵਾ ਕੇ ਵੰਡਿਆ ਸੀ। ਇਹ ਵੱਖਰੀ ਗੱਲ ਹੈ ਕਿ ਰਘਬੀਰ ਸਿੰਘ ਰਾਜਾ ਸੰਸੀ ਦੇ ਵਿਰੁੱਧ ਉਸ ਤੋਂ ਬਾਅਦ ਹੋਰ ਬਹੁਤ ਸਾਰੀਆਂ ਗੱਲਾਂ ਸਾਹਮਣੇ ਆ ਗਈਆਂ ਕਿ ਇਸ ਨੇ ਤਾਂ ਆਪਣੀਆਂ ਬੇਈਮਾਨੀਆਂ ਨੂੰ ਛੁਪਾਉਣ ਵਾਸਤੇ ਦੂਜਿਆਂ ਦੀਆਂ ਬੇਈਮਾਨੀਆਂ ਨੰਗੀਆਂ ਕੀਤੀਆਂ ਨੇ, ਤਾਂ ਕਿ ਇਹਨੂੰ ਬਚਾਇਆ ਜਾ ਸਕੇ, ਆਪਣੇ ਆਪ ਨੂੰ ਦੋਸ਼ ਮੁਕਤ ਕੀਤਾ ਜਾ ਸਕੇ। ਇਸ ਕਰਕੇ ਇਹਨਾਂ ਦੂਜਿਆਂ ਦੇ ਪਰਦੇ ਉਧੇੜੇ ਨੇ, ਪਰ ਦੂਜਿਆਂ ਨੇ ਪਰਦੇ ਦੇਰ ਦੇ ਵਿੱਚ ਸਹੀ, ਪਰ ਦੂਜਿਆਂ ਨੇ ਵੀ ਇਹਦੇ ਪਰਦੇ ਉਧੇੜ ਦਿੱਤੇ। ਆਓ ਪਹਿਲਾਂ ਇਹਦੇ ਵਾਲੇ ਜੋ ਇਲਜ਼ਾਮ ਨੇ ਰਾਜਾ ਸੰਸੀ ਨੇ ਦੂਜਿਆਂ 'ਤੇ ਲਾਏ ਨੇ, ਆਪਾਂ ਉਹਨਾਂ 'ਤੇ ਵਿਚਾਰ ਕਰ ਲਈਏ। ਖਾਲਸਾ ਜੀ, ਤੁਸੀਂ ਇਹ ਜਾਣਦੇ ਹੋ ਕਿ 20ਵੀਂ ਸਦੀ ਦੇ ਆਰੰਭ ਵਿੱਚ ਅੰਗਰੇਜ਼ੀ ਰਾਜ ਦੇ ਸਮੇਂ ਸਿੱਖ ਕੌਮ ਦੇ ਵੱਡ ਵਡੇਰਿਆਂ ਨੇ ਔਕੜਾਂ ਅਤੇ ਬੇਅੰਤ ਤਸੀਹੇ ਝੱਲ ਕੇ ਸ਼ਹੀਦੀਆਂ ਪ੍ਰਾਪਤ ਕਰਨ ਤੋਂ ਬਾਅਦ ਗੁਰਧਾਮਾਂ ਨੂੰ ਅਖੌਤੀ ਮਹੰਤਾਂ ਪਾਸੋਂ ਆਜ਼ਾਦ ਕਰਵਾਇਆ ਸੀ। ਉਸ ਸਮੇਂ ਗੁਰਦੁਆਰਿਆਂ ਵਿੱਚ ਹਰ ਤਰ੍ਹਾਂ ਦੇ ਕੁਕਰਮ ਆਦਿਕ ਹੋ ਰਹੇ ਸਨ। ਜਾਇਦਾਦਾਂ ਦੀ ਦੁਰਵਰਤੋਂ, ਗੋਲਕ ਦੀ ਲੁੱਟ ਖਸੁੱਟ ਆਮ ਹੁੰਦੀ ਸੀ। ਗੁਰਮਤ ਮਰਿਆਦਾ ਦਾ ਨਾਮੋ ਨਿਸ਼ਾਨ ਨਹੀਂ ਸੀ ਰਹਿਣ ਦਿੱਤਾ ਗਿਆ। ਇਹਨਾਂ ਮਹੰਤਾਂ ਨੇ ਗੁਰਧਾਮਾਂ ਦੇ ਅੱਜ ਦੇ ਮੁਖੀ ਪ੍ਰਬੰਧਕ ਕਹਾਉਣ ਵਾਲੇ ਉਸ ਸਮੇਂ ਦੇ ਅਖੌਤੀ ਮਹੰਤਾਂ ਨੂੰ ਵੀ ਮਾਤ ਪਾ ਗਏ ਹਨ, ਅਤੇ ਫਿਰ ਸਾਰਾ ਕੁਝ ਉਹੀ ਹੋ ਰਿਹਾ ਹੈ। ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ ਲੀਡਰ ਗੁਰਦੁਆਰਿਆਂ ਦੀ ਸੱਤਾ ਵਿੱਚ ਮਗਰੂਰ ਹੋ ਕੇ ਭੁੱਲ ਗਏ ਹਨ ਕਿ ਖਾਲਸਾ ਪੰਥ ਦਾ ਪਿਛੋਕੜ ਕੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਕਿਉਂ ਆਈ? ਇਸ ਦੇ ਮਾਣਮੱਤੇ ਇਤਿਹਾਸ ਨੂੰ ਕਿਉਂ ਭੁੱਲ ਗਏ? ਇਹਨਾਂ ਵੱਲੋਂ ਸ਼੍ਰੋਮਣੀ ਕਮੇਟੀ ਦੀ ਆਜ਼ਾਦ ਹਸਤੀ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਹੋ ਰਹੀਆਂ ਹਨ। RSS ਦਾ ਗਲਬਾ ਹਾਵੀ ਹੁੰਦਾ ਜਾ ਰਿਹਾ ਹੈ। ਦਸ਼ਮੇਸ਼ ਪਿਤਾ ਜੀ ਵੱਲੋਂ ਆਪਣੇ ਪਿਤਾ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਕੇ ਦੂਜੇ ਧਰਮ ਨੂੰ ਬਚਾਉਣ ਵਾਲੇ ਗੁਰੂ ਦੇ ਸਾਜੇ ਹੋਏ ਖਾਲਸੇ ਨੂੰ ਇਹਨਾਂ ਲੀਡਰਾਂ ਨੇ ਅੱਜ RSS ਦੇ ਸਹਾਰੇ ਜਿਉਣ ਜੋਗਾ ਕਰ ਦਿੱਤਾ ਹੈ। ਇਹ ਲੀਡਰ ਖਾਲਸਾ ਪੰਥ ਦੇ ਲੀਡਰ ਅਖਵਾਉਣ ਦੇ ਹੱਕਦਾਰ ਨਹੀਂ। ਇਹ ਖਾਲਸਾ ਪੰਥ ਨਹੀਂ ਹੋ ਸਕਦਾ। ਇਹਨਾਂ ਨੂੰ ਤਾਂ ਕੇਵਲ ਅਖੌਤੀ ਪੰਥ ਹੀ ਆਖਿਆ ਜਾ ਸਕਦਾ ਹੈ, ਜੋ 20ਵੀਂ ਸਦੀ ਦੇ ਮਹੰਤਾਂ ਨੂੰ ਵੀ ਮਾਤ ਪਾ ਗਿਆ ਹੈ। ਦਾਸ ਰਘਬੀਰ ਸਿੰਘ ਨੇ ਪਿਛਲੇ ਦਹਾਕੇ ਤੋਂ ਆਪਣੇ ਆਪ ਨੂੰ ਮੁਸੀਬਤਾਂ ਵਿੱਚ ਪਾ ਕੇ ਲਗਭਗ 27 ਗੁਰਦੁਆਰਿਆਂ ਦਾ ਪ੍ਰਬੰਧ ਅਤੇ ਅਰਬਾਂ ਖਰਬਾਂ ਰੁਪਏ ਦੀਆਂ ਜਾਇਦਾਦਾਂ ਪੰਥ ਵਿਰੋਧੀ ਅਨਸਰਾਂ ਤੋਂ ਛੁਡਵਾ ਕੇ ਖਾਲਸਾ ਪੰਥ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਲਿਆਂਦੀਆਂ ਹਨ। ਪਰੰਤੂ ਅੱਜ ਦੇ ਮੁਖੀ ਆਪਣੇ ਨਿੱਜੀ ਹਿੱਤਾਂ ਵਾਸਤੇ ਉਹਨਾਂ ਅਨਸਰਾਂ ਨਾਲ ਰਲ ਕੇ ਜਾਇਦਾਦਾਂ ਨਿੱਜੀ ਟਰਸਟ ਬਣਾ ਕੇ ਉਹ ਲੁੱਟ ਰਹੇ ਨੇ ਅਤੇ ਗੁਰਮਤ ਮਰਿਆਦਾ ਦੀ ਘੋਰ ਉਲੰਘਣਾ ਕਰ ਰਹੇ ਨੇ, ਜਿਸ ਨੂੰ ਬਚਾਉਣ ਦੀ ਲੋੜ ਹੈ। ਦਾਸ ਨੇ ਅਦਾਲਤ, ਸਿੱਖ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਅੰਮ੍ਰਿਤਸਰ ਨੇ ਗੁਰਦੁਆਰਾ ਸਾਹਿਬ ਸ਼ਾਹਬਾਦ ਮਾਰਕੰਡਾ ਦਾ ਰਿਸੀਵਰ ਨਿਯੁਕਤ ਕੀਤਾ ਹੋਇਆ ਹੈ, ਅਤੇ ਮੈਂ ਰਿਸੀਵਰ ਦੀਆਂ ਤਾਕਤਾਂ ਨੂੰ ਭਲੀ ਭਾਂਤ ਜਾਣਦਾ ਹਾਂ। ਸ਼੍ਰੋਮਣੀ ਕਮੇਟੀ ਨੇ ਮੀਰੀ ਪੀਰੀ ਮੈਡੀਕਲ ਹਸਪਤਾਲ ਗੁਰਦੁਆਰਾ ਸ਼ਾਹਬਾਦ ਹਰਿਆਣਾ ਵਿਖੇ ਬਿਨਾਂ ਸਰਕਾਰ ਦੀ ਪ੍ਰਵਾਨਗੀ ਦੇ ਬਣਾਇਆ ਹੈ, ਪਰ ਜ਼ਮੀਨ ਗੁਰਦੁਆਰਾ ਸਾਹਿਬ ਸ਼ਾਹਬਾਦ ਦੇ ਨਾਂ ਹੀ ਸੀ। ਉਸ ਸਮੇਂ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੂੰ ਜਦ ਪਤਾ ਲੱਗਾ ਕਿ ਸ਼੍ਰੋਮਣੀ ਕਮੇਟੀ ਦੇ ਕਰੋੜਾਂ ਰੁਪਏ ਬਰਬਾਦ ਹੋ ਚੁੱਕੇ ਹਨ, ਤਾਂ ਉਹਨਾਂ ਨੇ ਮੈਨੂੰ ਜ਼ੋਰ ਦਿੱਤਾ ਕਿ ਇਹ ਪੈਸਾ ਬਰਬਾਦ ਹੋ ਜਾਵੇਗਾ, ਤੁਸੀਂ ਜ਼ਮੀਨ
ਸ਼੍ਰੋਮਣੀ ਕਮੇਟੀ ਦੇ ਨਾਮ ਲਗਵਾ ਦਿਓ। ਮੈਂ ਕਿਹਾ ਕਿ ਮੈਨੂੰ ਇਸ ਤਰ੍ਹਾਂ ਦਾ ਕੋਈ ਅਧਿਕਾਰ ਨਹੀਂ ਹੈ। ਤੁਸੀਂ ਅਦਾਲਤ ਸਿੱਖ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਨਾਲ ਗੱਲ ਕਰ ਲਵੋ। ਉਹਨਾਂ ਨੇ ਅਦਾਲਤ ਨੂੰ ਬੇਨਤੀ ਕੀਤੀ ਅਤੇ ਅਦਾਲਤ ਨੇ ਮੈਨੂੰ ਲਿਖਤੀ ਤੌਰ 'ਤੇ ਮਨਜ਼ੂਰੀ ਦਿੱਤੀ। ਇਸ ਤਰ੍ਹਾਂ 21.5 ਏਕੜ ਜ਼ਮੀਨ ਗੁਰਦੁਆਰਾ ਕਮੇਟੀ ਦੇ ਨਾਂ ਲੀਜ਼ 'ਤੇ ਦਿੱਤੀ ਗਈ। ਦਸੰਬਰ 5 ਵਿੱਚ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਆਪਣੀ ਪ੍ਰਧਾਨਗੀ ਪੱਕੀ ਕਰਨ ਲਈ ਮੀਰੀ ਪੀਰੀ ਮੈਡੀਕਲ ਹਸਪਤਾਲ ਦਾ ਪੱਕਾ ਟਰਸਟ ਬਣਾ ਦਿੱਤਾ, ਜਿਸ ਵਿੱਚ ਆਪ ਹੀ ਪ੍ਰਧਾਨ ਬਣ ਗਏ ਅਤੇ ਪ੍ਰਕਾਸ਼ ਸਿੰਘ ਬਾਦਲ ਅਤੇ ਉਹਨਾਂ ਦੇ ਨਿੱਜੀ ਮੈਂਬਰ ਨਿੱਜੀ ਡਾਕਟਰਾਂ ਨੂੰ ਟਰਸਟ ਵਿੱਚ ਲੈ ਲਿਆ, ਭਾਵ ਪ੍ਰਾਈਵੇਟ ਟਰਸਟ ਇਹਨਾਂ ਨੇ ਬਣਾ ਲਿਆ। ਜੋ ਚੰਡੀਗੜ੍ਹ ਤੋਂ ਬਾਦਲ ਸਾਹਿਬ ਵੱਲੋਂ ਟਰਸਟ ਬਣ ਕੇ ਆਇਆ, ਉਹ ਟਰਸਟ ਸ਼੍ਰੀਮਾਨ ਪ੍ਰਧਾਨ ਸਾਹਿਬ ਨੇ ਰਜਿਸਟਰ ਕਰਵਾ ਦਿੱਤਾ। ਇਹ ਵੀ ਨਹੀਂ ਵੇਖਿਆ ਕਿ ਇਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਸਕੱਤਰ ਜਾਂ ਪ੍ਰਧਾਨ ਸ਼ਾਮਲ ਹੀ ਨਹੀਂ ਕੀਤਾ ਗਿਆ। ਮੱਕੜ ਸਾਹਿਬ ਸ਼੍ਰੋਮਣੀ ਕਮੇਟੀ ਵੱਲੋਂ ਸ਼ਾਮਲ ਨਹੀਂ ਹੋਏ, ਬਲਕਿ ਨਿੱਜੀ ਤੌਰ 'ਤੇ ਮੈਂਬਰ ਬਣ ਗਏ। ਚਾਹੀਦਾ ਤਾਂ ਇਹ ਸੀ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਇਸ ਦਾ ਪ੍ਰਧਾਨ ਅਤੇ ਸਕੱਤਰ ਇਸ ਦਾ ਮੈਂਬਰ ਸਕੱਤਰ ਹੁੰਦਾ ਤੇ ਬਾਕੀ ਮੈਂਬਰ ਵੀ ਸ਼੍ਰੋਮਣੀ ਕਮੇਟੀ ਦੇ ਹੀ ਲਏ ਜਾਂਦੇ। ਬਸ ਦਸੰਬਰ 2005 ਵਿੱਚ ਮੀਰੀ ਪੀਰੀ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਸ਼ਾਹਬਾਦ ਟਰਸਟ ਬਣਨ ਦੀ ਦੇਰ ਸੀ ਕਿ ਮੇਰੇ ਉੱਤੇ ਦਬਾਅ ਪੈਣਾ ਸ਼ੁਰੂ ਹੋ ਗਿਆ ਕਿ ਗੁਰਦੁਆਰਾ ਸਾਹਿਬ ਮਸਤਗੜ੍ਹ ਸਾਹਿਬ ਦੀ 21.5 ਏਕੜ ਜ਼ਮੀਨ ਜੋ ਸ਼੍ਰੋਮਣੀ ਕਮੇਟੀ ਦੇ ਕਾਰਵਾਈ ਨਾ ਕਰਵਾਈ ਹੈ, ਉਹ ਬਦਲ ਕੇ ਟਰਸਟ ਦੇ ਨਾਂ ਕਰਵਾ ਦਿੱਤੀ ਜਾਵੇ। ਇਸ ਤੋਂ ਇਲਾਵਾ 28.5 ਏਕੜ ਬਾਕੀ ਬਚਦੀ ਜ਼ਮੀਨ ਵੀ ਟਰਸਟ ਦੇ ਨਾਂ ਕਰਵਾ ਦਿੱਤੀ ਜਾਵੇ। ਮੈਂ ਕੁਝ ਸਮਾਂ ਲੰਘਾਇਆ ਅਤੇ ਬਾਅਦ ਵਿੱਚ ਲਿਖਤੀ ਰੂਪ ਵਿੱਚ ਮੀਰੀ ਪੀਰੀ ਟਰਸਟ ਸ਼ਾਹਬਾਦ ਦੇ ਮਤਾ ਨੰਬਰ 32 ਅਤੇ 33 ਮਿਤੀ 23/12/5 ਦੇ ਆਧਾਰ ਪਰ ਡਾਇਰੈਕਟਰ ਪ੍ਰਿੰਸੀਪਲ SBS ਮਾਨ ਦੀ ਪੱਤਰਕਾਰ ਨੰਬਰ ਇਹਨਾਂ ਅਨੁਸਾਰ ਮੈਨੂੰ ਲਿਖਤੀ ਰੂਪ ਵਿੱਚ ਭੇਜ ਦਿੱਤਾ, ਜਿਸ ਦੇ ਮੌਜੂਦਾ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਮੈਨੂੰ ਟਰਸਟ ਦੇ ਹੱਕ ਵਿੱਚ ਕਾਰਵਾਈ ਕਰਨ ਲਈ ਲਿਖਤੀ ਰੂਪ ਵਿੱਚ ਕੇਸ ਮਾਰਕ ਕੀਤਾ ਅਤੇ ਸਰਦਾਰ ਹਰਬੇਅੰਤ ਸਿੰਘ ਸਕੱਤਰ ਮੇਰੇ ਪਾਸ ਕੇਸ ਲੈ ਕੇ ਆਏ। ਮੈਂ ਉਸ 'ਤੇ ਮਹਿੰਦਰ ਸਿੰਘ ਗਿੱਲ ਐਡਵੋਕੇਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਾਏ ਲਈ ਤੇ ਉਹਨਾਂ ਨੇ ਵੀ ਲਿਖਿਆ ਕਿ ਤੁਸੀਂ ਅਦਾਲਤ ਸਿੱਖ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਦੀ ਪ੍ਰਵਾਨਗੀ ਬਿਨਾਂ ਕੁਝ ਨਹੀਂ ਕਰ ਸਕਦੇ। ਇਸ ਦੇ ਨਾਲ ਹੀ ਪ੍ਰਧਾਨ ਸਾਹਿਬ ਨੇ ਟਰਸਟ ਲਈ 115 ਕਰੋੜ ਰੁਪਏ ਦੀ ਮੰਗ ਕੀਤੀ ਅਤੇ ਇਸ ਦਾ ਵਿਆਜ ਸਮੇਤ ਰੁਪਈਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਪਸ ਕਰੇਗੀ, ਇਹ ਲਿਖਿਆ ਹੋਇਆ ਸੀ। ਮੈਂ ਆਪਣੀ ਲਿਖਤੀ ਰਿਪੋਰਟ ਪ੍ਰਧਾਨ ਸਾਹਿਬ ਨੂੰ ਦਿੱਤੀ, ਜੋ ਦਫ਼ਤਰ ਦੀ ਰਸੀਦ ਨੰਬਰ 17/11/6 ਨੂੰ ਦਰਜ ਕਰਾਈ ਗਈ, ਜਿਸ ਵਿੱਚ ਮੈਂ ਸਾਫ਼ ਲਿਖਿਆ ਸੀ ਕਿ ਮੈਨੂੰ ਕੋਈ ਅਧਿਕਾਰ ਨਹੀਂ ਕਿ ਮੈਂ ਗੁਰਦੁਆਰਾ ਸਾਹਿਬ ਦੀ ਜ਼ਮੀਨ ਪ੍ਰਾਈਵੇਟ ਟਰਸਟ ਦੇ ਨਾਂ ਲਗਵਾ ਦੇਵਾਂ। ਦੂਜਾ, ਸ਼੍ਰੋਮਣੀ ਗੁਰਦੁਆਰਾ ਕਮੇਟੀ ਦਾ ਬਜਟ ਵੀ 21 ਕਰੋੜ ਤੋਂ ਵੱਧ ਨਹੀਂ ਹੈ। 115 ਕਰੋੜ ਦੀ ਰਾਸ਼ੀ ਸਮੇਤ ਵਿਆਜ ਸ਼੍ਰੋਮਣੀ ਕਮੇਟੀ ਸਾਰੀ ਉਮਰ ਨਹੀਂ ਮੋੜ ਸਕੇਗੀ। ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਵੀ ਰੋਕ ਲਈਆਂ ਜਾਣ ਤਾਂ ਵੀ ਇਹ ਰਕਮ ਬੈਂਕ ਨੂੰ ਵਾਪਸ ਨਹੀਂ ਹੋ ਸਕੇਗੀ। ਗੁਰਦੁਆਰਾ ਐਕਟ ਕਰਜ਼ਾ ਲੈਣ ਦੀ ਇਜਾਜ਼ਤ ਵੀ ਨਹੀਂ ਦਿੰਦਾ ਤੇ ਨਾ ਹੀ ਗੁਰਦੁਆਰਾ ਸਾਹਿਬ ਦੀ ਜ਼ਮੀਨ ਗਹਿਣੇ ਰੱਖ ਕੇ ਕਰਜ਼ਾ ਲਿਆ ਜਾ ਸਕਦਾ ਹੈ। ਇਹ ਪੱਤਰ ਵੀ ਹੱਥੀਂ ਪ੍ਰਧਾਨ ਸਾਹਿਬ ਨੂੰ ਦਿੱਤਾ, ਪਰ ਹਰਬੇਅੰਤ ਸਿੰਘ ਨੇ ਬਾਦਲ ਦੇ ਆਖੇ ਮੱਕੜ ਸਾਹਿਬ ਨੂੰ ਖੁਸ਼ ਕਰਨ ਲਈ ਇਹ ਕੇਸ ਪਹਿਲਾਂ ਹੀ ਅੰਤਰ ਕਮੇਟੀ ਦੇ ਏਜੰਡੇ 'ਤੇ ਲੈ ਆਂਦਾ। ਉਸ ਤੋਂ ਬਾਅਦ ਗੁਰੂ ਨਾਨਕ ਨਿਵਾਸ ਵਿਖੇ ਮੀਟਿੰਗ ਹੋਈ। ਮੈਂ ਅੰਤਰ ਕਮੇਟੀ ਦੀ ਮੀਟਿੰਗ ਵਿੱਚ ਪੜ੍ਹ ਕੇ ਦੱਸਿਆ ਕਿ ਇਹ ਫੈਸਲਾ ਨਿਯਮਾਂ ਦੇ ਵਿਰੁੱਧ ਹੈ। ਖੈਰ, ਮੇਰੀ ਦਿੱਤੀ ਹੋਈ ਲਿਖਤ ਦਾ ਨਤੀਜਾ ਇਹ ਨਿਕਲਿਆ ਕਿ ਇਹ ਫੈਸਲਾ ਰੋਕ ਦਿੱਤਾ ਗਿਆ ਤੇ ਮੇਰੀ ਸ਼ਿਕਾਇਤ ਬਾਦਲ ਪਾਸ ਕਰ ਦਿੱਤੀ ਗਈ। ਮੈਨੂੰ ਬਾਦਲ ਸਾਹਿਬ ਨੇ ਬੁਲਾਇਆ ਤੇ ਮੈਂ ਉਹਨਾਂ ਨੂੰ ਸਾਫ਼ ਦੱਸ ਦਿੱਤਾ ਕਿ ਇਹ ਮੇਰੇ ਵੱਸ ਦੀ ਗੱਲ ਨਹੀਂ ਹੈ ਅਤੇ ਅਦਾਲਤ
ਸਿੱਖ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਤੋਂ ਪ੍ਰਵਾਨਗੀ ਲੈਣੀ ਪਵੇਗੀ। ਕੁਝ ਸਮਾਂ ਫਿਰ ਲੰਘ ਗਿਆ। ਸ਼੍ਰੀਮਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੀਰੀ ਪੀਰੀ ਮੈਡੀਕਲ ਕਾਲਜ ਵਾਲੀ ਦਫ਼ਤਰੀ ਫਾਈਲ ਮੇਰੇ ਬਾਈ ਨੇਮ ਲਿਖ ਭੇਜਿਆ ਕਿ ਤੁਸੀਂ ਬਾਦਲ ਸਾਹਿਬ ਨੂੰ ਮਿਲ ਕੇ ਸਾਰਾ ਕੇਸ ਵਿਚਾਰੋ ਅਤੇ ਨਾਲ ਹੀ ਬੁਲਾ ਕੇ ਆਖਿਆ ਕਿ ਬਾਦਲ ਸਾਹਿਬ ਤੁਹਾਡੇ ਨਾਲ ਬਹੁਤ ਨਾਰਾਜ਼ ਹਨ, ਤੁਸੀਂ ਉਹਨਾਂ ਨੂੰ ਨਾ ਨਹੀਂ ਕਰਨੀ। ਬਾਦਲ ਸਾਹਿਬ ਦਾ ਦੁਬਾਰਾ ਫੋਨ ਆਇਆ ਕਿ ਮੈਨੂੰ ਚੰਡੀਗੜ੍ਹ ਆ ਕੇ ਮਿਲੋ। 4-5 ਅਪ੍ਰੈਲ ਨੂੰ ਮੈਂ ਚੰਡੀਗੜ੍ਹ ਗਿਆ ਅਤੇ ਉਹਨਾਂ ਮੈਨੂੰ ਕਿਹਾ ਕਿ ਰਾਜਾ ਸੰਸੀ ਹਲਕੇ ਦਾ ਉਮੀਦਵਾਰ ਕਮਜ਼ੋਰ ਹੈ, ਤੁਹਾਨੂੰ ਚੋਣ ਲੜਾ ਦੜੀਏ, ਤੁਸੀਂ ਹਲਕੇ ਵਿੱਚ ਕੰਮ ਕਰੋ ਤੇ MLA ਬਣ ਜਾਓ। ਕੁਝ ਸਮੇਂ ਬਾਅਦ ਡਾਕਟਰ ਰਤਨ ਸਿੰਘ ਅਜਨਾਲਾ ਤੇ ਬੋਨੀ ਅਮਰਪਾਲ ਨੂੰ ਭੇਜਿਆ ਅਤੇ ਕਿਹਾ ਕਿ ਅਸੀਂ ਤੁਹਾਡੇ ਨਾਲ ਹਾਂ। ਫਿਰ ਸਰਦਾਰ ਬਲਦੇਵ ਸਿੰਘ MA 4 ਸਰਕਲ ਜਥੇਦਾਰਾਂ ਤੇ 2 ਸੀਨੀਅਰ ਮੀਤ ਪ੍ਰਧਾਨਾਂ ਨੂੰ ਨਾਲ ਲੈ ਕੇ ਆਇਆ ਤੇ ਕਿਹਾ ਕਿ ਅਸੀਂ ਸਾਰੇ ਤੁਹਾਡੇ ਨਾਲ ਹਾਂ। ਮੇਰੇ ਬੰਦਿਆਂ ਨੇ ਰਾਜਾ ਸੰਸੀ ਹਲਕੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮੇਰੀ ਆਪਣੀ ਚੋਣ ਲੜਨ ਦੀ ਕੋਈ ਖਾਸ਼ ਨਹੀਂ ਸੀ। ਬਾਦਲ ਸਾਹਿਬ ਮੈਨੂੰ ਜੂਨ ਮਹੀਨੇ ਫਿਰ ਮਿਲੇ ਜਦ ਅਸੀਂ ਇਕੱਠੇ ਗੁਰੂ ਅਰਜਨ ਸਾਹਿਬ ਜੀ ਦੇ 400 ਸਾਲਾ ਸ਼ਹੀਦੀ ਸਮਾਗਮ ਸਮੇਂ ਪਾਕਿਸਤਾਨ ਗਏ ਸੀ। ਮੈਨੂੰ ਕਹਿਣ ਲੱਗੇ, ਸਰਦਾਰ ਜੀ ਟਰਸਟ ਦਾ ਸਾਰਾ ਕੰਮ ਰੁਕਿਆ ਪਿਆ ਹੈ, ਤੁਸੀਂ ਜ਼ਮੀਨ ਲਿਖ ਦਿਓ, ਅਸੀਂ ਉਸ ਜ਼ਮੀਨ ਤੇ ਕਰਜ਼ਾ ਲੈਣਾ ਹੈ। ਇਲੈਕਸ਼ਨ ਵੀ ਨਜ਼ਦੀਕ ਆ ਰਹੀ ਹੈ, ਤੁਹਾਡੀ ਸੀਟ ਤੇ ਵੀ ਅਸੀਂ ਖਰਚ ਕਰਾਂਗੇ। ਇਹ ਗੱਲ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਂ ਆਪਣੇ ਪਰਿਵਾਰ ਨਾਲ ਬੈਠ ਕੇ ਫੈਸਲਾ ਲਿਆ ਕਿ ਹੁਣ ਕੁਰਬਾਨੀ ਕਰਨ ਦਾ ਸਮਾਂ ਆ ਗਿਆ ਹੈ। ਇੱਕ ਪਾਸੇ ਸਕੱਤਰੀਆਂ ਅਤੇ ਵਜ਼ੀਰੀਆਂ ਦੀ ਆਫਰ ਹੈ, ਦੂਜੇ ਪਾਸੇ ਗੁਰੂ ਨਾਲ ਧੋਖਾ ਹੈ। ਗੁਰੂ ਘਰ ਦੀ ਜਾਇਦਾਦ ਪ੍ਰਾਈਵੇਟ ਟਰਸਟ ਦੇ ਨਾਂ ਆਉਣ ਦਾ ਮਸਲਾ ਤਾਂ ਗੁਰੂ ਘਰ ਦੀ ਸਿੱਧੀ ਲੁੱਟ ਹੈ। ਮੇਰਾ ਅਮਰੀਕਾ ਦਾ ਵੀਜ਼ਾ ਲੱਗਾ ਹੋਇਆ ਸੀ ਤੇ ਮੈਂ ਸਮਾਂ ਟਾਲਣ ਲਈ 1 ਮਹੀਨੇ ਦੀ ਛੁੱਟੀ ਲੈ ਕੇ ਰਿਸ਼ਤੇਦਾਰਾਂ ਪਾਸ ਅਮਰੀਕਾ ਚਲਾ ਗਿਆ। ਛੁੱਟੀ ਕੱਟ ਕੇ 21/8/6 ਨੂੰ ਦਫ਼ਤਰ ਵਾਪਸ ਹਾਜ਼ਰ ਹੋਇਆ। ਬਾਦਲ ਸਾਹਿਬ ਨੇ ਫਿਰ ਉਹੀ ਰੱਟਾ ਲਗਾ ਦਿੱਤਾ ਕਿ ਮੀਰੀ ਪੀਰੀ ਮੈਡੀਕਲ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਦਾ ਨੁਕਸਾਨ ਹੋ ਰਿਹਾ ਹੈ। ਸਰਕਾਰ ਵੱਲੋਂ ਨਜਾਇਜ਼ ਬਿਲਡਿੰਗਾਂ ਬਣਾਉਣ ਦੀਆਂ ਚਿੱਠੀਆਂ ਆ ਰਹੀਆਂ ਹਨ ਤੇ ਜੁਰਮਾਨਾ ਵੀ ਪੈ ਗਿਆ ਹੈ। ਤੁਸੀਂ ਟਰਸਟ ਦੇ ਨਾਂ ਜ਼ਮੀਨ ਤਬਦੀਲ ਕਰ ਦਿਓ, ਅਦਾਲਤ ਤੁਹਾਡੇ ਉੱਪਰ ਨਹੀਂ ਡਿੱਗ ਪੈਣੀ। ਮੈਂ ਬਾਦਲ ਸਾਹਿਬ ਨੂੰ ਸਾਫ਼-ਸਾਫ਼ ਜਵਾਬ ਦੇ ਦਿੱਤਾ ਕਿ ਮੈਂ ਗੁਰਦੁਆਰਾ ਸਾਹਿਬ ਦੀ ਜ਼ਮੀਨ ਮੀਰੀ ਪੀਰੀ ਟਰਸਟ ਦੇ ਨਾਂ ਨਹੀਂ ਲਿਖਵਾਉਣੀ ਤੇ ਨਾ ਹੀ 115 ਕਰੋੜ ਦਾ ਕਰਜ਼ਾ ਗੁਰੂ ਘਰ ਦੀ ਜ਼ਮੀਨ ਤੋਂ ਲੈ ਕੇ ਦੇਣਾ ਹੈ। ਬਾਦਲ ਸਾਹਿਬ ਮੈਨੂੰ ਲਾਲਚ ਦੇਣ ਦੀ ਲੋੜ ਨਹੀਂ ਤੇ ਨਾ ਮੈਂ ਤੁਹਾਡੇ ਇਸ ਲਾਲਚ ਵਿੱਚ ਆ ਕੇ ਗੁਰਦੁਆਰਾ ਸਾਹਿਬ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ ਹੈ। ਬਾਅਦ ਵਿੱਚ ਸ਼ਾਹਬਾਦ ਤੋਂ ਮੈਡੀਕਲ ਸੁਪਰਡੈਂਟ ਦਾ ਫੋਨ ਆਇਆ ਕਿ ਸਾਨੂੰ ਜੁਰਮਾਨਾ ਪੈ ਰਿਹਾ ਹੈ, ਜ਼ਮੀਨ ਟਰਸਟ ਦੇ ਨਾਂ ਕਰਵਾ ਦਿਓ। ਮੈਂ ਉਹਨਾਂ ਨੂੰ ਕਿਹਾ ਕਿ ਮੈਂ ਨਹੀਂ ਕਰਵਾ ਸਕਦਾ। ਮੈਂ ਬਾਦਲ ਸਾਹਿਬ ਨੂੰ ਇਹ ਸਾਰੀ ਗੱਲ ਦੱਸ ਦਿੱਤੀ ਹੈ। ਮਿਤੀ 25/8/6 ਨੂੰ ਦਮਦਮਾ ਸਾਹਿਬ ਵਿਖੇ ਸਰਦਾਰ ਅਵਤਾਰ ਸਿੰਘ ਮੱਕੜ ਨੇ ਮੈਨੂੰ ਕਿਹਾ ਕਿ ਤੂੰ ਬਾਦਲ ਸਾਹਿਬ ਨੂੰ ਨਾਰਾਜ਼ ਨਾ ਕਰ, ਤੇਰੀ ਟਿਕਟ ਵੀ ਮਾਰੀ ਜਾਣੀ ਹੈ ਤੇ ਤੇਰਾ ਹੋਰ ਵੀ ਬਹੁਤ ਨੁਕਸਾਨ ਹੋ ਜਾਣਾ ਹੈ। ਮੈਂ ਤੈਨੂੰ ਬਾਰ-ਬਾਰ ਸਮਝਾ ਰਿਹਾ ਹਾਂ। ਤੂੰ ਸ਼ਾਮ ਨੂੰ ਦਮਦਮਾ ਸਾਹਿਬ ਤੋਂ ਵਾਪਸ ਘਰ ਆ ਗਿਆ। ਮਿਤੀ 26/8/6 ਨੂੰ ਦਫ਼ਤਰ ਹਾਜ਼ਰ ਹੋਇਆ ਤੇ ਸਟਾਫ ਵਾਲਿਆਂ ਦੀਆਂ ਡਿਊਟੀਆਂ ਲਗਾਈਆਂ। ਸਰਦਾਰ ਹਰਬੇਅੰਤ ਸਿੰਘ ਸਕੱਤਰ ਪ੍ਰਧਾਨ ਸਾਹਿਬ ਮੈਨੂੰ ਮਿਲੇ ਤੇ ਉਹਨਾਂ ਨੇ ਵੀ ਮੈਨੂੰ ਕਿਹਾ ਕਿ ਤੂੰ ਜ਼ਮੀਨ ਮੀਰੀ ਪੀਰੀ ਟਰਸਟ ਨੂੰ ਲਿਖ ਦੇ, ਨਹੀਂ ਤਾਂ ਤੇਰਾ ਨੁਕਸਾਨ ਹੋਵੇਗਾ। ਮੈਂ ਉਹਨਾਂ ਨੂੰ ਜਵਾਬ ਦਿੱਤਾ ਕਿ ਮੈਂ ਜ਼ਮੀਨ ਪ੍ਰਾਈਵੇਟ ਟਰਸਟ ਲਈ ਨਹੀਂ ਲਿਖ ਸਕਦਾ ਤੇ ਨਾ ਹੀ ਗੁਰੂ ਦੀ ਅਮਾਨਤ ਵਿੱਚ ਖਿਆਨਤ ਕਰ ਸਕਦਾ ਹਾਂ। ਤੁਸੀਂ ਜੋ ਕਰਨਾ ਕਰ ਲਵੋ, ਮੈਂ ਇਹ ਕੰਮ ਨਹੀਂ ਕਰਾਂਗਾ। ਖਾਲਸਾ ਜੀ, ਇੱਕ ਪਾਸੇ ਗੁਰੂ ਘਰ ਦੀ 150 ਕਰੋੜ ਰੁਪਏ ਦੀ ਜਾਇਦਾਦ ਬਾਦਲ ਸਾਹਿਬ ਤੇ ਮੱਕੜ ਸਾਹਿਬ ਦੇ ਨਿੱਜੀ ਟਰਸਟ ਦੇ ਨਾਮਪੁਰ ਨਾ ਕਰਾਉਣ ਦਾ ਨਤੀਜਾ ਕੌਮ ਦੇ ਰਹਿਬਰਾਂ ਵੱਲੋਂ ਸਾਰੇ ਕਾਨੂੰਨ ਛਿੱਕੇ ਟੰਗ ਕੇ ਬਿਨਾਂ ਕਿਸੇ ਦੋਸ਼ ਦੇ ਸਕੱਤਰ ਦੀ ਪਦਵੀ ਤੋਂ ਮੈਨੂੰ ਮੁਅੱਤਲ ਕਰ ਦੇਣਾ ਤੇ ਗੁਰੂ ਘਰ ਦੀਆਂ ਜਾਇਦਾਦਾਂ ਨਿੱਜੀ ਮੁਫਾਦ ਲਈ ਵਰਤਣੀਆਂ,
ਇਹ ਸਾਡੀ ਕੌਮ ਦੇ ਆਗੂਆਂ ਦਾ ਨਿੱਤ ਦਾ ਧੰਦਾ ਬਣ ਚੁੱਕਾ ਹੈ। ਸ਼੍ਰੋਮਣੀ ਕਮੇਟੀ ਵਿੱਚ ਮੇਰੇ ਨਾਲ ਦੇ ਅਧਿਕਾਰੀ ਗੂੰਗੇ ਬੋਲੇ ਹੋ ਕੇ ਦਸਖਤ ਕਰੀ ਜਾਂਦੇ ਹਨ ਅਤੇ ਨਾਲ ਹੀ ਅੰਦਰੋਂ ਅੰਦਰੀ ਰਿੱਝੀ ਜਾਂਦੇ ਹਨ ਕਿ ਕੰਮ ਤਾਂ ਬਹੁਤ ਗਲਤ ਹੋ ਰਹੇ ਹਨ। ਪਰ ਮੈਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋਮਣੀ ਕਮੇਟੀ ਦਾ ਕੋਈ ਗਲਤ ਮਨਸੂਬਾ ਸਿਰੇ ਨਹੀਂ ਚੜ੍ਹਨ ਦਿੱਤਾ ਤੇ ਨਾ ਹੀ ਚੜ੍ਹਨ ਦੇਵਾਂਗਾ। ਇਹ ਕੇਸ ਅਦਾਲਤ ਵਿੱਚ ਸਿੱਖ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਵਿੱਚ ਨਿਆਂ ਲਈ ਭੇਜ ਦਿੱਤਾ ਸੀ। ਅਦਾਲਤ ਨੇ ਇਨਸਾਫ ਕਰਦਿਆਂ ਪ੍ਰਧਾਨ ਦੇ ਆਰਡਰ ਤੇ ਰੋਕ ਲਗਾ ਦਿੱਤੀ ਤੇ ਇਹਨਾਂ ਨੂੰ ਨੋਟਿਸ ਭੇਜ ਦਿੱਤਾ, ਪਰ ਅੱਜ ਤੱਕ 42 ਦਿਨ ਲੰਘ ਜਾਣ ਦੇ ਬਾਅਦ ਵੀ ਇਹ ਮੈਨੂੰ ਕੋਈ ਦੋਸ਼ ਪੱਤਰ ਨਹੀਂ ਦੇ ਸਕੇ। ਅਗਲਾ ਹਿੱਸਾ ਇਹਦਾ ਆਪਾਂ ਬਾਅਦ ਦੇ ਵਿੱਚ ਵਿਚਾਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।